हर पहलड़ी लाव पर बिरती, कर्म दृढ़ाया बलराम जियो। बाणी ब्रह्मा वेदो धर्म दृढ़ हो, पापत जाया बलराम जियो। धर्म दृढ़ हो हर नाम ते आवो, सिमरत नाम दृढ़ाया। सतगुर गुरपुरा आराधो, सतगुर गुरपुरा आराधो। सब किल बिख पाप गवाया, सहज आनंद होआ बड़ भागी। मन हर हर मीठा लाया, मन हर हर मीठा लाया। जन कह नानक लाव पहली, आरंभ काज रचाया। जन कह नानक लाभ पहली, आरंभ काज रचाया। शब्द गुरु साहिब श्री गुरु ग्रंथ साहिब महाराज सच्चे पातशाह जी की पावन ते पवित्र हजूरी दे विच। सो भाईमान गुरु प्यारिओ, आप सारे ही अति सत्कारयोग धनता दे योग हो। बड़े भाग ने साहिबा दे मुबारक चरणां दे विच जुड़ के बैठण दा सुभाग प्राप्त होया है। आओ जो आपां सतगुरां दी पावन बाणी धन गुरु रामदास महाराज वालों उचारण की हुई लावां दा पाठ तकरीबन सब जानते हाँ। पहली लाव एक शब्द आपां पढ़िया है। गुरदेव पातशाह जी बख्शिश करन आपां पावन बाणी नूं सोहणे ढंग दे नाल विचार भी सकगे ते अपनी जिंदगी दे विच हंडा भी सकगे, समझ सकगे इस गल नूं गुरदेव पातशाह जी की कहना चाहुंदे ने। आरंभता तो पहलां सब ने गुरफतेह दी सांझ पाउणी, प्रेम प्यार सत्कार विच बोलना जी। आखिओ वाहिगुरू जी का खालसा वाहिगुरू जी की फतेह। सतगुरां दी पावन बाणी जो ये पाठ आपां पढ़िया 773 अंग तो शुरू है अते 74 अंग ते जो विआह दे समय आनंद दे समय 4 लावां दा पाठ होण तो बाद आनंद दी जिहड़ी कारज विधि है उन्होंने संपूर्ण मन्निया जाता है। चौथे पातशाह धन गुरु रामदास महाराज जी की अपनी रचना है, जिथे कि सानू एक दुनियावी रिश्ते की जुड़न वाली क्रिया सतगुरु पातशाह ने पावन बाणी के उपदेश राही समझाई आ ते उत्थे इस्लाम दा जिहड़ा
ਮੇਨ ਪੱਖ ਹੈ ਉਹ ਹੈ ਪ੍ਰਭੂ ਪਰਮਾਤਮਾ ਪਤੀ ਤੇ ਸਾਡੀ ਜੀਵ ਆਤਮਾ ਉਹ ਮਾਲਕ ਦੀ ਪਤਨੀ। ਇਹ ਪਤਨੀ ਦਾ ਮਿਲਾਪ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਹੋ ਜਾਵੇ। ਤੇ ਪਿਛਲੀ ਜਿਹੜੀ ਆਪਾਂ ਇਹਨਾਂ ਲਾਵਾਂ ਦੇ ਪਾਠ ਨੂੰ ਸਮਝਣ ਦੀ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਕੁ ਮਹੱਤਤਾ ਹੈ ਉਹਦੇ ਬਾਰੇ ਆਪਾਂ ਸਮਝ ਚੁੱਕੇ ਹਾਂ ਵੀ ਕਿਹੋ ਜਿਹਾ ਅੱਜ ਇਹ ਕਾਰਜ ਬਣ ਗਿਆ ਤੇ ਕਿਹੋ ਜਿਹਾ ਗੁਰੂ ਸਾਹਿਬ ਨੇ ਬਣਾਇਆ ਸੀ। ਅੱਜ ਆਨੰਦ ਤੋਂ ਅਸੀਂ ਵਿਗਾੜ ਤੱਕ ਪਹੁੰਚ ਗਏ। ਆਨੰਦ ਕਾਰਜ ਤੋਂ ਨਾ ਵਿਗਾੜ ਕਾਰਜ ਤੱਕ ਚਲੇ ਗਏ। ਇਹ ਸਾਡੀ ਜ਼ਿੰਦਗੀ ਦੀਆਂ ਕਮਜ਼ੋਰੀਆਂ ਕਿਉਂਕਿ ਅਸੀਂ ਖੁਦ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤਣ ਲਈ ਤਿਆਰ ਨਹੀਂ ਹਾਂ। ਸੁਣਨ ਨੂੰ ਤਿਆਰ ਹਾਂ, ਪੜ੍ਹਨ ਨੂੰ ਵੀ ਤਿਆਰ ਹਾਂ। ਗਿਣਤੀ ਦੀ ਕੋਈ ਕਮੀ ਨਹੀਂ, ਗਿਣਤੀ ਬਹੁਤ ਅਸੀਂ ਕਰ ਲਵਾਂਗੇ, ਪਰ ਗਿਣਤੀ ਨੂੰ ਛੱਡ ਕੇ ਕਦੋਂ ਉਹ ਦਿਨ ਆਵੇਗਾ ਜਿਸ ਦਿਨ ਅਸੀਂ ਗੁਰੂ ਦੇ ਗੁਣਾਂ ਨਾਲ ਜੁੜਾਂਗੇ। ਅਜੇ ਤੱਕ ਗਿਣਤੀ ਨਾਲ ਆ ਨਾ। ਜਿਸ ਦਿਨ ਅਸੀਂ ਗਿਣਤੀ ਨੂੰ ਛੱਡ ਕੇ ਨਾ ਭੁਲਾ ਕੇ ਪ੍ਰਭੂ ਪਰਮਾਤਮਾ ਦੇ ਗੁਣਾਂ ਨਾਲ ਜੁੜਾਂਗੇ, ਉਸ ਦਿਨ ਕਿਰਪਾ ਹੋਣੀ ਆ। ਸੋ ਇੱਥੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਕਿਵੇਂ ਸਾਡੀ ਜ਼ਿੰਦਗੀ ਹੈ ਭਾਈ ਉਹ ਅੱਜ ਗੁਰੂ ਨਾਲੋਂ ਵਿਛੜ ਕੇ ਅਧੂਰੇਪਣ ਵਿੱਚ ਚਲੀ ਗਈ। ਗੁਰਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ ਗਾ, ਜੋ ਆਪਾਂ ਲਾਮ ਦਾ ਪਾਠ ਪੜ੍ਹਿਆ, ਹਰ ਪਹਿਲੜੀ ਲਾਮ ਪਰਵਿਰਤੀ, ਸਭ ਦੇ ਇਹ ਪਾਠ ਧਿਆਨ ਵਿੱਚ ਆ। ਕਿਉਂਕਿ ਸਾਡੀ ਜ਼ਿੰਦਗੀ ਦਾ ਜਿੱਥੇ ਕਿ ਇੱਕ ਪੱਖ ਆ ਵੀ ਆਨੰਦ ਕਾਰਜ ਸਮੇਂ ਬਾਣੀ ਪੜ੍ਹੀ ਜਾਂਦੀ ਹੈ, ਉੱਥੇ ਅਸੀਂ ਆਪਣੇ ਆਪ ਨੂੰ ਗੁਰੂ ਨਾਲ ਵੀ ਜੋੜਨਾ ਹੈ। ਹਰ ਪਹਿਲੜੀ ਲਾਭ ਪਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ। ਹਰ ਹਰੀ ਪਰਮਾਤਮਾ ਪਹਿਲੜੀ ਸਾਡੀ ਜ਼ਿੰਦਗੀ ਦੀ ਪਹਿਲੀ ਲਾਭ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੁੜੀ ਹੈ ਤੇ ਅਸੀਂ ਉਹ ਪਰਮਾਤਮਾ ਦੇ ਨਾਲ ਆਪਣੀ ਜ਼ਿੰਦਗੀ ਦੀ ਹਰ ਇੱਕ ਸਟੇਜ ਨੂੰ, ਹਰ ਇੱਕ ਜ਼ਿੰਦਗੀ ਦੇ ਪੜਾਅ ਨੂੰ ਜੋੜ ਕੇ ਰੱਖਣਾ ਗਾ। ਟੁੱਟਣਾ ਨਹੀਂ ਹੈ, ਉਹਦੇ ਨਾਲੋਂ ਥਿੜਕਣਾ ਨਹੀਂ ਹੈ। ਜਿੱਥੇ ਸਾਨੂੰ ਇਹ ਗੁਰਬਾਣੀ ਪਹਿਲੇ ਪੁਆਇੰਟ ਦੇ ਵਿੱਚ ਇਹ ਸੁਨੇਹਾ ਦਿੰਦੀ ਹੈ ਨਾ, ਤੇ ਉੱਥੇ ਦੁਨਿਆਵੀ ਰਿਸ਼ਤੇ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੁਝ ਸਮਝਾ ਦਿੱਤਾ। ਜਿਸ ਬੱਚੀ ਦਾ ਆਨੰਦ ਲੜਕੇ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਰਾਹੀਂ ਪੜ੍ਹਾਇਆ ਗਿਆ ਨਾ, ਤੇ ਉੱਥੇ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਵੀ ਅੱਜ ਤੋਂ ਬਾਅਦ ਬੱਚੀ ਤੇਰਾ ਜਿਹੜਾ ਮਾਲਕ ਸੀ ਨਾ ਸਰੀਰਕ ਤਲ ਤੇ, ਤੇਰਾ ਬਾਪ ਸੀ, ਤੇਰੀ ਮਾਂ, ਤੇਰਾ ਵੱਡਾ ਭਰਾ, ਪਰਿਵਾਰ, ਅੱਜ ਤੋਂ ਬਾਅਦ ਉਹਨਾਂ ਦੀ ਮਾਲਕੀ ਪਾਸੇ ਹੋ ਗਈ ਤੇ ਤੇਰਾ ਮਾਲਕ ਜਿਹੜਾ ਨੌਜਵਾਨ ਲੜਕਾ ਇਹ ਬਣ ਚੁੱਕਿਆ। ਦੇਖੋ ਇੱਕ ਸਮਝਣ ਵਾਲੀ ਗੱਲ ਆ ਵੀ ਅਸੀਂ ਅਰਦਾਸ ਦੇ ਵਿੱਚ ਵੀ ਕੀ ਨਾਮ ਬੋਲਿਆ ਸੀ, ਮੰਨ ਲਵੋ ਸਮਝਣ ਵਾਸਤੇ ਜੀਵਨ ਕੌਰ ਸੁਪੁੱਤਰੀ ਭਾਈ ਬਲਿਹਾਰ ਸਿੰਘ, ਮੰਨ ਲਿਆ ਨਾ ਵੀ ਆਪਾਂ ਉਦਾਹਰਨ ਸਮਝਣ ਵਾਸਤੇ। ਪਰ ਜਦੋਂ ਅਰਦਾਸ ਹੋ ਗਈ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਸਾਰੇ ਪ੍ਰੂਫ ਬਦਲ ਜਾਂਦੇ ਨੇ। ਕਿਵੇਂ ਬਦਲ ਗਏ? ਅੱਜ ਤੋਂ ਬਾਅਦ ਜੀਵਨ ਕੌਰ ਸੁਪੁੱਤਰੀ ਬਲਿਹਾਰ ਸਿੰਘ ਕੱਟਿਆ ਗਿਆ ਤੇ ਜੀਵਨ ਕੌਰ ਧਰਮ ਪਤਨੀ ਨਰੈਣ ਸਿੰਘ ਬਣ ਗਈ। ਅੱਜ ਤੋਂ ਬਾਅਦ ਮਤਲਬ ਕਿ ਉਹਦਾ ਜੀਵਨ ਦਾ ਜਿਹੜਾ ਮਾਲਕ ਆ, ਪਤੀ ਆ, ਉਹ ਨਰੈਣ ਸਿੰਘ ਬਣ ਗਿਆ। ਮਤਲਬ ਕਿ ਇੱਕ ਉਦਾਹਰਨ ਸਮਝਣ ਵਾਸਤੇ ਵੀ ਉਹ ਲੜਕੇ ਦਾ ਨਾਮ ਪੈ ਗਿਆ। ਜਿੱਥੇ ਲੜਕੀ ਨੇ ਦੁਨਿਆਵੀ ਤਲ ਤੇ ਆਪਣੇ ਪੇਕੇ ਘਰ ਵਿੱਚ ਸਭ ਕੁਝ ਛੱਡਤਾ ਨਾ, ਤੇ ਸਮਝਣ ਵਾਲੀ ਗੱਲ ਇਹ ਆ ਪਿਆਰ ਵਾਲਿਓ ਵੀ ਉੱਥੇ ਆਪਣੇ ਬਾਪ ਦਾ ਨਾਮ ਵੀ ਛੱਡ ਦਿੰਦੀ ਆ।
ਉਹਦੇ ਪ੍ਰੂਫ ਕੱਟੇ ਜਾਂਦੇ ਨੇ। ਹੁਣ ਸੋਚ ਕੇ ਵੇਖੋ ਵੀ ਜਿਹੜੇ ਉਹਦੇ ਪੇਕੇ ਘਰ ਦੇ ਪ੍ਰੂਫ ਨੇ ਕੀ ਉਹ ਸਹੁਰੇ ਘਰ ਵਿੱਚ ਚੱਲਣਗੇ? ਨਹੀਂ। ਜੋ ਵੀ ਉਹਦੀ ਸ਼ਨਾਖਤ ਵਾਸਤੇ, ਉਹਦੀ ਜਾਣ ਪਹਿਚਾਣ ਵਾਸਤੇ ਪ੍ਰੂਫ ਕਿਸੇ ਵੀ ਤਰ੍ਹਾਂ ਦਾ ਗਾ ਕਿ ਉਹ ਸਹੁਰੇ ਘਰ ਦੇ ਵਿੱਚ ਨਹੀਂ ਚੱਲੇਗਾ। ਉਹਨੂੰ ਦੁਬਾਰੇ ਤੋਂ ਸਹੁਰੇ ਘਰ ਦੇ ਵਿੱਚ ਜਾ ਕੇ ਸਭ ਆਪਣੇ ਡਾਕੂਮੈਂਟ ਤਿਆਰ ਕਰਵਾਉਣੇ ਪੈਂਦੇ ਨੇ। ਚਲੋ, ਜਿੱਥੇ ਉਹ ਦੁਨਿਆਵੀ ਰਿਸ਼ਤੇ ਦੇ ਵਿੱਚੋਂ ਸਾਨੂੰ ਕੁਝ ਸਿਧਾਂਤ ਸਿੱਖਣ ਨੂੰ ਮਿਲਦਾ ਨਾ, ਤੇ ਉੱਥੇ ਗੁਰੂ ਨੇ ਸਾਨੂੰ ਇਹ ਸਮਝਾਇਆ ਵੀ ਬੇਟਾ, ਜਿੱਥੇ ਸਰੀਰਕ ਤਲ ਤੇ ਤੇਰਾ ਨਾਤਾ ਗੁਰੂ ਨਾਲ, ਪਰਮੇਸ਼ਰ ਪਰਮਾਤਮਾ ਨਾਲ ਜੁੜਿਆ ਨਾ, ਤੇ ਚੇਤਾ ਰੱਖੀ ਇਹ ਸਰੀਰ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਨਾ ਤੇਰਾ ਨਾਤਾ ਉਹ ਵਾਹਿਗੁਰੂ ਨਾਲ ਜੁੜਿਆ ਹੋਇਆ ਸੀ, ਪਰ ਤੂੰ ਆਪਣੀ ਗਲਤੀ ਦੇ ਕਾਰਨ ਤੋੜ ਲਿਆ। ਦੇਖੋ, ਗਲਤੀ ਰੱਬ ਜੀ ਦੀ ਨਹੀਂ, ਗਲਤੀ ਸਾਡੀ ਆ। ਆਪਾਂ ਨੂੰ ਪਤਾ ਨਾ ਵੀ ਕੋਈ ਵੀ ਵਸਤੂ ਆ ਉਹ ਵਰਤਣ ਵਾਲੀ, ਤੇ ਉਹ ਵਰਤਣ ਵਾਲੀ ਜਿਹੜੀ ਚੀਜ਼ ਬਣਾਈ ਆ ਨਾ, ਫਰਜ਼ ਮੰਨੋ ਵੀ ਇੱਕ ਫੋਨ ਬਣਾਇਆ ਗਾ, ਪਰ ਉਹਦੀ ਦੁਰਵਰਤੋਂ ਕਰਨ ਦੇ ਲਈ ਨਹੀਂ, ਉਹਦੀ ਸਦਵਰਤੋਂ ਕਰਨ ਦੇ ਲਈ ਬਣਾਇਆ। ਜੇ ਦੁਰਵਰਤੋਂ ਕੀਤੀ ਹੈ ਤਾਂ ਅਸੀਂ ਕੀਤੀ ਆ, ਸਦਵਰਤੋਂ ਨਹੀਂ ਕੀਤੀ। ਇੱਕ ਕਮਰਾ, ਉਹਦੇ ਵਿੱਚ ਗੁਰਬਾਣੀ ਰੋਜ਼ਾਨਾ ਪੜ੍ਹੀ ਜਾਂਦੀ ਆ, ਰੋਜ਼ਾਨਾ ਰੱਬੀ ਸਿਮਰਨ ਹੁੰਦਾ, ਬੈਠ ਕੇ ਕੁਝ ਵਿਚਾਰਾਂ ਹੁੰਦੀਆਂ। ਉਹ ਕਿੰਨਾ ਭਾਗਾਂ ਵਾਲਾ ਥਾਂ, ਕਿੰਨੀ ਉਹ ਸੁਭਾਗੀ ਜਗ੍ਹਾ। ਪਰ ਇੱਕ ਉਹ ਆ ਜਿੱਥੇ ਵੇਸ਼ਵਾ ਦੇ ਨਾਚ, ਸ਼ਰਾਬ, ਕਬਾਬ ਆਦਿਕ ਗਲਤ ਕਾਰਜ ਹੁੰਦੇ ਨੇ। ਹੁਣ ਸੋਚਣ ਵਾਲੀ ਗੱਲ ਆ ਵੀ ਜਿਸ ਕਾਰੀਗਰ ਨੇ ਜਾਂ ਜਿਸ ਮਾਲਕ ਨੇ ਉਹ ਰੂਮ ਬਣਵਾਇਆ ਨਾ, ਉਹਨੇ ਗਲਤ ਕਾਰਜਾਂ ਵਾਸਤੇ ਨਹੀਂ, ਉਹਨੇ ਸਦਵਰਤੋਂ ਲਈ ਬਣਾਇਆ ਸੀ। ਜੇ ਗਲਤ ਕਾਰਜਾਂ ਦੀ ਕਾਢ ਕੱਢੀ ਆ ਤਾਂ ਅਸੀਂ ਕੱਢੀ ਆ। ਰੱਬ ਜੀ ਨਾਲੋਂ ਜੇ ਟੁੱਟੇ ਆ ਤਾਂ ਅਸੀਂ ਟੁੱਟੇ ਆ। ਤੇ ਚੇਤਾ ਰੱਖਿਓ, ਵਾਹਿਗੁਰੂ ਨੇ ਸਾਨੂੰ ਤੋੜਨ ਦੀ ਕੋਈ ਆਪਸ਼ਨ ਨਹੀਂ ਦਿੱਤੀ ਕਿ ਕਿਸੇ ਤਰ੍ਹਾਂ ਦੀ ਉਹ ਥਾਂ ਨਹੀਂ ਹੈ ਜਿੱਥੇ ਸਾਡੇ ਕੋਲੇ ਰੱਬ ਜੀ ਨਾਲੋਂ ਟੁੱਟਣ ਦਾ ਵਕਤ ਹੋਵੇ। ਉਹ ਰੱਬ ਨੇ ਸਮਾਂ ਹੀ ਨਹੀਂ ਬਣਾਇਆ ਗਾ, ਪਰ ਅਸੀਂ ਉਸ ਸਮੇਂ ਨੂੰ ਮੰਨ ਲਿਆ, ਪੱਕਾ ਕਰ ਲਿਆ, ਉਹਨੂੰ ਆਪਣੀ ਜ਼ਿੰਦਗੀ 'ਚ ਸੱਚਮੁੱਚ ਵਸਾਰ ਦਿੱਤਾ ਹੈ। ਕਿਸ ਨੂੰ? ਪ੍ਰਭੂ ਪਰਮਾਤਮਾ ਨੂੰ। ਜਿਹੜਾ ਪ੍ਰਭੂ ਪਰਮਾਤਮਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਵਿੱਚੋਂ ਦੀ, ਉਹਨਾਂ ਦੀ ਆਵਾਜ਼ ਰਾਹੀਂ, ਉਹਨਾਂ ਦੇ ਜੀਵਨ ਰਾਹੀਂ ਸਾਡੇ ਤੱਕ ਆਪਣਾ ਉਪਦੇਸ਼ ਭੇਜਦਾ ਹੈਗਾ। ਹਰ ਪਹਿਲੜੀ ਲਾਭ ਪਰ ਵਿਰਤੀ, ਲਾਭ ਸੋਹਣੀ ਲਾਭ ਮੇਰੀ ਜੀਵ ਆਤਮਾ ਦੀ। ਮੇਰਾ ਉਹ ਮਾਲਕ ਪਰਮੇਸ਼ਰ ਦੇ ਨਾਮ ਨਾਲ ਅੱਜ ਤੋਂ ਨਹੀਂ, ਬੜੇ ਲੰਬੇ ਸਮੇਂ ਤੋਂ ਨਾਤਾ ਜੁੜਿਆ ਹੋਇਆ, ਪਰ ਪਰਖਾ ਜਿਹੜੀ ਉਹ ਹੁਣ ਆਈ ਆ। ਨਾ ਮੈਨੂੰ ਜਦੋਂ ਮੈਂ ਪਸ਼ੂਆਂ ਦੇ ਰੂਪ ਸੀ ਉਦੋਂ ਪਰਖ ਆਈ, ਨਾ ਮੈਨੂੰ ਜਦੋਂ ਮੈਂ ਪੰਛੀਆਂ ਦੇ ਰੂਪ ਵਿੱਚ ਆ ਉਦੋਂ ਪਰਖ ਆਈ, ਜਾਨਵਰਾਂ ਦੇ ਰੂਪ ਵਿੱਚ ਆ ਮੈਨੂੰ ਪਰਖ ਨਹੀਂ ਆਈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਜ਼ਿਕਰ ਕੀਤਾ ਨਾ, ਕਈ ਕੋਟ, ਕੋਟ ਮੀਨਜ ਕਰੋੜ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਪਤਾ ਹੀ ਨਹੀਂ ਕਦੋਂ ਕਦੋਂ ਕਿਸ ਕਿਸ ਜੂਨ ਵਿੱਚੋਂ ਦੀ ਲੰਘ ਕੇ ਆਏ ਆ, ਪਰ ਉਦੋਂ ਪਰਖ ਨਹੀਂ ਆਈ। ਪਰਖ ਹੁਣ ਆਈ ਆ। ਉਹ ਪਰਖ ਦਾ ਸਮਾਂ ਮਨੁੱਖਾ ਦੇ ਆ। ਆਪਾਂ ਨੂੰ ਪਤਾ ਨਾ, ਬਚਪਨ ਦੇ ਵਿੱਚ ਪਰਖ ਘੱਟ ਆ। ਬੱਚੇ ਦਾ ਸੁਭਾਅ ਜਿਹੜਾ ਉਹ ਪਾਰਖੂ ਵਰਤੀ ਦਾ ਨਹੀਂ ਹੈ। ਜਿਉਂ-ਜਿਉਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੱਧਦਾ ਜਾਂਦਾ, ਤਿਉਂ-ਤਿਉਂ ਉਹਦੀ ਵਿਰਤੀ ਹੈ ਜਿਹੜੀ ਉਹ ਪਾਰਖੂ ਬਣ ਜਾਂਦੀ ਆ। ਜਵਾਨੀ ਅੱਧ ਖੜ ਬੁਢੇਪਾ। ਸੱਚਾਈ ਆ ਵੀ ਜਦੋਂ ਨੂੰ ਉਹ ਬੁਢੇਪੇ ਦੇ ਵਿੱਚ ਪਹੁੰਚਿਆ, ਸਿਆਣਾ ਬਣਿਆ, ਪਰਖ ਦੀ ਭਾਵ ਜ਼ਿਆਦਾ ਨੌਲੇਜ ਆਈ, ਉਦੋਂ ਤੱਕ ਉਹ ਆਪਣੀ ਮੌਤ ਦੇ ਨੇੜੇ ਹੋ ਜਾਂਦਾ ਗਾ। ਇਸੇ ਕਰਕੇ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਕਹਿੰਦੇ ਸਾਡੀ ਜੀਵ ਆਤਮਾ ਦੀ ਪਹਿਲੀ ਲਾਵ ਉਹ ਪ੍ਰਭੂ ਮਾਲਕ ਜੀ ਨਾਲ ਜੁੜੀ ਹੋਈ ਹੈ। ਆਪਾਂ ਕੱਲ ਪਿੱਛੇ ਵੀ ਸੁਣਿਆ ਸੀ ਨਾ ਵੀ ਸੱਚ ਇਹ ਆ ਵੀ ਸਾਡਾ ਜਿਹੜਾ ਸੁਭਾਅ ਉਹ ਇੱਥੋਂ ਤੱਕ ਸੀਮਤ ਆ ਵੀ ਜਿਹੜਾ ਲਾਵਾਂ ਦਾ ਪਾਠ ਹੈਗਾ ਕੇਵਲ ਉਹ ਸਨਮੁਖ ਬੈਠਾ ਹੋਇਆ ਬੱਚਾ ਤੇ ਬੱਚੀ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ, ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਇਹ ਸੱਚਾਈ ਆ ਅੱਜ ਦੀ। ਪਰ ਗੁਰੂ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਨਾ, ਜਿੱਥੇ ਕਿ ਗੁਰਬਾਣੀ ਸਾਨੂੰ ਰੱਬ ਜੀ ਨਾਲ ਜੋੜਦੀ ਆ ਤੇ ਸਾਨੂੰ ਨਾ ਸੰਸਾਰ ਦੇ ਵਿੱਚ ਵਿਚਰਨ ਦਾ ਸੋਹਣਾ ਢੰਗ ਵੀ ਗੁਰਬਾਣੀ ਦੱਸਦੀ ਆ। ਹੁਣ ਜ਼ਿਕਰ ਕੀ ਕੀਤਾ, ਪਹਿਲੜੀ ਲਾਭ ਪਰ ਵਿਰਤੀ, ਅੱਗੇ ਕੀ ਕਿਹਾਗਾ, ਪਰ ਵਿਰਤੀ।
हुण सच ये आ भी अज तक मनुख ने अपनी जिंदगी दे विच अपनी प्रवृत्ति नूं नहीं समझिया। प्रवृत्ति तो भाव की है? चंगे कारज विच अपने आप नूं जोड़ना। दुनियावी तल ते हर कोई बंदा काम करदा, हर कोई व्यक्ति कारज विच लग्या होया। जिन्हों मर्जी पुछ लवो, कहंदा जी मैं फ्री नहीं हाँ, मैं बहुत ज़्यादा बिजी रहना गा, मैनू बिल्कुल ही टाइम नहीं है, वक्त नहीं है किसी नाल गल करन दा, किसी कोले खड़न दा, किसी कोले बैठण दा। पर सच्चाई आ जे आपां बंदे नाल ये गल दुनियावी तल ते करांगे ना, उन्हें जवाब देता, कहना मेरे कोले वक्त नहीं है। पर सतगुरु पातशाह जी इत्थे जिक्र करते हैं, कहते जिथे तू दुनियावी कारजां दे विच इन्ना लीन आ ना, ते उत्थे कदे रब जी दे वल्लों बख्शिश कीते हुए जीवन नूं सवारन दे लई सद कर्म तेरे लई अति जरूरी ने। सद शुभ कर्म प्रवृत्ति जिथे दुनियावी तल ते अपने परिवार दे विच है ना, उत्थे पातशाह जी कहंदे गुरु वाले पक्ष नूं समझ के अपने आप नूं शुभ गुणां दे नाल, शुभ कर्मां दे नाल जोड़। असल दे विच पातशाह जी कहंदे ना, उत्थे कमल अमलां दे निवेड़े होने ने, शुभ अमलां दे। शुभ अमल तेरे मतलब शुभ कर्म, शुभ काम वो वेखे जाने ने। प्रवृत्ति हुण बंदा ये नहीं है भी कोई फ्री नहीं है, सब काम करते हैं, पर काम दे विच अंतर बड़ा, फर्क बड़ा गा। आहार सब करदा फिरै, आहार एक ना होए, नानक जित आहार जग उधरै, बिरला बूझे कोई। हुण कहा की है पातशाह ने, वो आहार कर जिहड़ा आहार करन दे नाल साडी जीवन दी संतुष्टि होवे। हुण आहार तो सब ही करते हैं ना, इत्थे सब तो भाव की है, कीड़ी भी किते विच लगी हुई है, रात नूं भी नहीं टिकदी, चली जाती है। चानण आ ना, उन्हें अपना कारज आरंभ किया, उहदे कोल टेक नहीं है। पशु पंछी चल रहे ने, अनेकां ही पहाड़ां दियां भाव झरनियां दे विचों पानी दिन रात बह रहा है, हवा दिन रात चल रही है। पर पातशाह जी कहते जिथे सब कोई कर्म करदा ना, उथे असल दे विच जिहड़ी कदर पैनी आ, असल दे विच जिहड़ी कीमत पैनी आ, वो शुभ कर्म दी आ। आहार सब करदा फिरै, आहार एक ना होए, एक आहार आ जिहड़ा वो करना भुल गया। जिहड़ी जिक्र कीती है ना पातशाह ने, हर पहलड़ी लाभ प्रवृत्ति, मेरी जिंदगी दी पहली लाम वो प्रभु परमात्मा नाल होगी, ते उस तो बाद मैं शुभ कर्म ना जुड़ना, क्योंकि मालक दे कहे अनुसार ही तुरना ना। एक संसारी रीत आ भी अज तो बाद तेरा मालक बन गया ये लड़का, ते ये लड़के दे मुताबिक तैनूं चलना पवेगा। सच जाणिओ वो लड़के दे विच सियाणप होनी चाहिदी है, जेकर तां ये ना होवे वो नशई होवे, वो वधकर्मी होवे, ਉਹਦੇ जीवन का ਜਿਹੜਾ हर एक पक्ष आ वो गलत होवे, इदा नहीं। ਉਹਦਾ ਸੁਭਾਅ ਧੰਨ गुरु रामदास महाराज वर्गा होवे, ਉਹਦਾ ਸੁਭਾਅ गुरु नानक साहब वर्गा होवे, फिर मालक का रुतबा लै सकदा नहीं। दुनियावी दे विच, दुनियावी रिश्तिਆਂ ਦੇ ਵਿੱਚੋਂ ਨਾ ਪਤੀ ਨੂੰ ਵੱਡਾ ਮੰਨਿਆ ਜਾਂਦਾ, पर बहुते दुनिया ਦੇ ਵਿੱਚ ਉਹ ਰਿਸ਼ਤੇ ਨੇ ਜਿੱਥੇ ਪਤੀ ਦੀ ਕੋਈ ਕਦਰ ਨਹੀਂ ਹੈ, ਉਹਨੇ ਆਪਣੀ ਕਦਰ ਆਪ ਕਟਵਾਈ ਆ। ਉਹਦਾ ਬੱਚਿਆਂ ਵਿੱਚ ਕੋਈ ਚੰਗਾ ਵਿਹਾਰ ਨਹੀਂ, ਸਲੂਕ नहीं है, ਉਹਦਾ पत्नी अगे कोई चंगा वरताओ नहीं है, ਉਹਦਾ सारे दे सारे नगर विच, सारे इलाके विच वरताओ आ जिहड़ा वो गलत आ। गलत विहार होण करके वो जीरो आ। हुण गुरु साहब जी कहंदे एक पत्नी नूं अपने चंगे शुभ कर्मां वाले पति ते माण हुंदा, ते साडा जीव आत्मा दा नाता वाहिगुरू परमेश्वर नाल जुड़िआ, ते सानूं भी माण होना चाहीदा गा। कदों जदों असी शुभ कर्मां नाल जुड़ांगे, उन्हें शुभ कर्मां दी सानू गल समझाउणी है, ऐ मेरी जीव पत्नी तू शुभ कर्म करिया कर। आहार एक ना होए, ओ आहार तू करना भुल गई, केड़ा जित आहार जग उधरै, जिस आहार दे कारण जगत दा उधार होना सी। तू ओ रस्ता अपना, केड़ा रस्ता, जिस रस्ते ते चलदियां तेरी जिंदगी दी भाव
दुनियावी सांझ ना सोहनी बन जावे। जिथे दुनियावी सांझ सोहनी बन गई तो पातशाह कहंदे रब्बी सांझ तो ऐटोमैटिक ही सोहनी बन जाएगी। तेरा सुभाਅ मतलब साडा सुभाਅ किसी दे हथ तो खोहण दा ना, ते साडा सुभाਅ किसी दे हथ ते तली ते रखण दा होवे। पातशाह ने गल दसी है ना गुरबाणी विच, कहंदे जे रब दे घर नूं जाण वाला रस्ता लभना ना, मन लो भी आप इत्थे एक क्लास दे विच बैठे हाँ, भी इत्थे आपां ने एक सवाल कर लिया छोटा जिहा भी भाई आपां जाणांगा किसी भी एक नगर का नाम लै लो, मान लो भी असीं बठिंडे जाना भाई, तो बठिंडे जाण वास्ते रस्ता सानू सियाणे पुरख ने दस दिता भी वह हाईवे रोड आ, ते आ थोड़े जे लिंक रोड ने, कच्चे रोड ने, जिन्हां दे विच तैनूं टाइम भी लगूगा ते तू ठोकरां भी खावेंगा। साडी मन्ने तां वड्डे हाईवे रोड ते चढ़ जा, तैनूं दिक्कत नहीं आवेगी, थोड़े वक्त च ते सौखा वग जावेगा। इदां परख हो गई ना, किते भी जाण दा पर रस्ता पुछ लिया, दो रस्ते अगले ने दस दिते। हुण असीं आ राहगीर, मतलब असीं रस्ते दे विच तुरन वाले ना राही आ। सानू गुरु नानक साहब टक्कर गया शब्द रूप विच, गुरबाणी गुरु ग्रंथ साहब महाराज टक्कर गए, मिल गए सानू। साडे वड्डे घर बने, असीं गुरु कोले आ गए, असीं रस्ता पुछण लग गए, बड़े वड्डे भाग ने। अच्छा जिन्हों कोई रस्ता दसण वाला ना, मान लो भी दूर जांदा, कोई रस्ता दसण वाला ना मिले ते ना बंदा घबरा जांदा भी है मैनूं कोई नहीं टक्करिया या रस्ता दसण वाला, किते मैं गलती ना तुरया जांदा होवां। अपनी आम ही किरिया रोजाना दी ये, कई बार ना आपां दूर नेड़े जाने आपां नूं रस्तियां दा पता नहीं, तो उत्थे जांदियां जांदियां सानूं कोई मिले ना रस्ता दसण वाला, ना ही कोई बोर्ड वगैरह आया, कोई भी निशानी नहीं आई भी असीं किस रस्ते ते जा रहे हैं, सानूं वो निशानी दस देवे, ना कोई सियाणा पुरख आएगा। साडे मन दे विच एक बुखलाहट पैदा हो जाए, घबराहट पैदा हो जाएगी भी हैं हुण की बनूंगा। असीं आ दुनिया दे संसार विच रहिंदे होने, रस्ते दे विच तुरे जाने आ, पर सानू पता नहीं है रब जी का घर किहड़ा ते रब जी के घर तक जाण वाला रस्ता किहड़ा है, वो तो पुछना पऊगा। बाबा लैणा जी ने सीहोपुल नूं पुछ लिया ना, करतारपुर जाण वाला रस्ता किहड़ा है। अगे रोज़ लंघदा सी करतारपुर कोल दी, ऐसी गल नहीं भी नहीं लंघदा सीगा, ज्वालामुखी जांदा, देवी देवतियां कोल जांदा ना, रोजाना लंघदा सी। पर अज स्पैशल पुछया सीहे उप्पल नूं भी धन गुरु नानक देव महाराज कोल जाना, मैं उत्थे जाके कुछ जिंदगी दा सुधार करना, ते वो रस्ता दस दो मैनूं। ते सच जाणिओ वो किड्डा सुभागा वक्त होवेगा जिहड़ा बाबा लैणा जी दी जिंदगी नूं पलटा के रख दिंदा। ते सीहे उप्पल ने जो रस्ता दस्सिया ना, वो रस्ता गुरु नानक दे घरे जांदा गा। ते जदों गुरु नानक दे घरे पहुंच गया, गुरु नानक दे घर पहुंचण तो बाद बाबे नानक तो पुछया रब दे घर नूं जाण वाला रस्ता। चलो मान लो आपां अपने घर तो गुरु नानक साहब कोले पहुंच गए, आ दुनिया दे विच विचरदियां होइयां। हुण जदों गुरु नानक साहब कोले पहुंच गए ना, हुण इत्थे अपनी मंजिल मुक्की नहीं है, असी अपने ही नींव टिकाणे ते पहुंच गए। वाहिगुरू भला करे, बहुतियां दी सोच इत्थों तक बस गुरुद्वारे तक पहुंच गए, असी बहुत वड्डी प्राप्ति कर ली। ना 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 ना, अजी प्राप्ति नहीं होएगी। अजे असी अध वाटे हाँ, अजी पूरा अपनी वाट आ ना नवेड़ी नहीं है, असी अजे अध विचकार खड़े हाँ। इत्थे तां आपां सेंटर च पहुंच गए, चौंक च पहुंच गए। इस चौंक दे विचों रस्ते खिलरने ने, पटने ने, ते उन्हां रस्तियां नूं चुनना आपां भी किहड़े रस्ते ते जाणागा। हुण कई बार हुंदा ना, बहुत वारी अपनी अखां वेखदियां, कन सुनदे आ। इस चौंक गुरु नानक साहब वाला गुरुद्वारा साहब ना, ये चौंक है, इत्थे आके बंदा भटक जांदा। बड़े भटक गए, बड़े पढ़े लिखे इस थां ते आके, मुकाम ते आके उलझ जाते ने। उन्हां दी जीवन दी ना सुलझदी कहानी नहीं नज़र आउंदी, सानू उलझी हुई कहानी नज़र आउंदी हैगी। इहदा कारण भी वो चौंक च पहुँच गए, पर चौंक विच आके बाबे नानक नूं ना पुछया नहीं है भी असीं रब दे घर तक पहुँचना, वो रस्ता किहड़ा है। उन्हां दा मिशन सी भी इत्थे आके साडी गति हो जाएगी, नहीं बिल्कुल नहीं। ये मन दे विचों ख्याल ही कढ़ देवो भी इत्थे आके साडा उधार हो गया ना। इत्थों उधार दी शुरुआत आ भी किवें होऊगा उधार, इत्थे तां शुरुआत आ गई।
घर तो इत्थों तक पहुँचना ये संपूर्ण मंजिल नहीं, संपूर्ण मंजिल की शुरुआत करवाउण वाली जगह इत्थे आके सानू गुरदेव ने समझाउणा दसना गा। चलो मान लो आपां पुछ लगे हुण बहुता टाइम ला लाइए भी असीं इत्थे पहुँच गए, ये साडा आखिरी टिकाणा नहीं है, आखिरी टिकाणा साडा किते होर है। आखिरी टिकाणा वो बाबा नानक दसेगा। हुण आपां गुरु नानक साहब अगे हथ जोड़े बेनती की रल के सारिਆਂ ने, सच्चे पातशाह असी एक रस्ते दे राही हाँ, सारी जिन्ने इत्थे बैठे हैं ना 2 4 5 20 100 जिन्ने भी हाँ, असी सारे एक रस्ते दे राही हाँ। ते सानू ना तू सारिਆਂ नू इक्के बारी दस दे, बार बार पुछण दी बजाय, बार बार दसन की बजाय कानू आप वक्त खराब करना, इक्के बारी दस दे। असी पहुँचना गा वाहिगुरू परमेश्वर परमात्मा दे घर। उहदा घर कित्थे आ, किहो जा, रस्ता की आ, 3 गल्लां पुछणियां पैणगियां। रस्ता किहड़ा जांदा, किहो जा ते कित्थे आ। हुण गुरदेव पातशाह ने दसता ना, वो की कहंदे ने, घाल पहला रस्ता दसणगे, घाल खाए किश हथों दे, ते अगे नानक राह पछाण ही से। हुण बाबा नानक बोल पिया, देखो बाबा नानक बोल पिया ना, सुनिया किसे किसे ने आ। आपां रस्ता पुछ लिया, उन्हें रस्ता दसता पहला। बाबा नानक कहंदा रब जी दे घर नूं जाण वाला रस्ता तेरी जिंदगी दी ओ पहली शुरुआत कित्थों होवेगी, हर पहलड़ी लाभ पर विरती, तेरी जिंदगी दा कर्म किहो जा, वो कर्म बनाउणा सी। आ आपां घाल खाए, घाल तो भाव कमाई कर, अपने आप नूं भी पाल ते अगे होर नूं भी भाव कोशिश कर, जिथे तैनूं किसी दी लोड़ पूरी करन दी भाव निगाह पैंदी है ना, उहदी जरूरतमंद दी लोड़ भी पूरी कर दे, कोई फर्क नहीं पैंदा। किसी दे मूँह विच पाउण दी समर्था ताकत रख तूं। घाल खाए किश हथों दे, जदों आ कर्म करना शुरू कर दिता, पातशाह जी कहंदे अगे की आ, अगे ना नानक राह, कहंदे तू रस्ता पछाण लिया, तैनूं हुण उलझण दी लोड़ नहीं है। नानक राह पछाण ही से मीनज उन्हां ने रब जी दे घर नूं जाण वाला रस्ता पहचान लिया, जिन्हां ने अपनी कमाई आप कीती, किरत नूं प्यार कीता, किरत नूं प्यार करदियां करदियां ते रब जी दे हुक्म मुताबक जिथे उन्हां दी दुनियावी अख ने किसे नूं वेखिया, ओदी लोड़ नूं अपनी लोड़ मन्निया ते ओदी लोड़ पूरी कीती। पातशाह कहंदे ओ रब दे रस्ते नूं पहचान लैंदे ने। एक नंबर। नंबर 2 ते घर किहो जा, सो दर तेरा केहा, सो घर केहा जितवै सर्ब संभाले। हुण अपना सवाल सी भी राह किहड़ा जांदा, बाबे नानक ने दसता, तुहाडे सारिਆਂ ਦੇ ध्यान विच आ गया होवेगा भी रस्ता बड़ा सुखाला, सौखा रस्ता कोई औखा नहीं है। हुण अगे सो दर तेरा केहा, हुण तेरा नमूना किहो जा, तेरे दर दी दहलीज दी फोटो आ, वो भी सानू विखा दे। जो ये बेनती की है ना, फिर पातशाह जी कहते सो दर तेरा केहा, सो घर केहा, ओ घर किहो जा जित वह जिथे बैठ के तू पूरी मनुखता दी सारे जीवां दी प्रतिपालना करदा है। पातशाह जी कहते नंबर 1 ते ओ मेरा घर है, बिच दुनिया सेवक कमाई है, ता दरगह बैसन पाई है, जग सच्चे की है कोठड़ी, पूरे दा पूरा जगत रब जी का घर है, परमात्मा का घर है, पर पूरे दे पूरे जगत विच पालन वाला वो परमात्मा आप ही है। आप ही है तो भाव की है, समझ गए थोड़ा जिहा आपां मन लो। एक उदाहरण समझण वास्ते, एक साडे समाज दे विच अज दे समय विच सब तो वध अहमियत पैसे दी आ, ते पैसे करके किन्ना सिस्टम चल रहा है। एक दा पैसा दूजे कोले, दूजे दा तीजे कोले, तीजे दा चौथे कोले, पैसे दे सर्कल नाल एक दूजे दी मनुख दी मदद कर रहा है। चलो वो एक वखरा विषा, जे किसी की भावना गलत आ, वो पैसे की सदवरतों की बजाय दुरवरतों करनी शुरू कर दी।
ਉਹ ਇੱਕ ਅਲੱਗ ਵਿਸ਼ਾ ਨਾ। ਪਰ ਇੱਕ ਬੰਦਾ ਦੂਜੇ ਨੂੰ ਚਾਹੇ ਵਪਾਰੀ ਸਿਸਟਮ ਨਾਲ ਜੁੜਿਆ ਹੋਇਆ, ਕੁਝ ਦੇਣ ਲੈਣ ਦੇ ਨਾਲ ਜੁੜਿਆ ਹੋਇਆ, ਪਰ ਇੱਕ ਦੂਜੇ ਨੂੰ ਮਨੁੱਖ ਨੂੰ ਪਾਲ ਰਿਹਾ। ਭਾਵ ਕਿੰਨੇ ਜੀਵ ਨੇ, ਉਹਨਾਂ ਜੀਵਾਂ ਦੇ ਮੂੰਹ ਵਿੱਚ ਵੀ ਬੰਦੇ ਦੇ ਰਾਹੀਂ ਸਭ ਕੁਝ ਪੈ ਰਿਹਾ ਗਾ। ਪਰ ਸੋਚਣ ਵਾਲੀ ਗੱਲ ਇਹ ਆ, ਸਾਰਿਆਂ ਦੇ ਵਿੱਚ ਵਸਦਾ ਹੋਇਆ ਪਰਮਾਤਮਾ ਇੱਕ ਦੂਜੇ ਦੀ ਮਦਦ ਕਰਦਾ ਹੋਇਆ ਉਹ ਸਭ ਨੂੰ ਖੁਦ ਆਪ ਪਾਲ ਰਿਹਾ ਗਾ। ਮੰਨ ਲਓ ਉਦਾਹਰਨ, ਸਾਡੇ ਦੇਸ਼ ਦੀ ਬਾਹਰੋਂ ਆਉਣ ਵਾਲੇ ਹਮਲਾਵਰਾਂ ਤੋਂ ਬਚਤ ਕਰਨ ਵਾਲਾ ਕੌਣ ਹੈ? ਇਹਦਾ ਸੌਖਾ ਸਵਾਲ ਦਾ ਜਵਾਬ ਕੀ ਹੋਵੇਗਾ ਵੀ ਸਾਡੀ ਸਰਕਾਰ ਨੇ ਨਾ, ਵਾਹਿਗੁਰੂ ਭਲਾ ਕਰੇ, ਉਹ ਅੱਜ ਨੀਤੀਆਂ ਗੰਦੀਆਂ ਨੇ, ਉਹ ਵਿਸ਼ੇ ਵੱਲ ਨਹੀਂ ਜਾਣਾ ਆਪਾਂ। ਇੱਥੇ ਰੱਬ ਵੱਲ ਮੁੜਨਾ, ਆਪਾਂ ਗੁਰੂ ਵੱਲ ਮੁੜਨਾ। ਭਾਵ ਉਹਨਾਂ ਨੂੰ ਬਾਹਰੋਂ ਆਉਣ ਵਾਲੇ ਦੁਸ਼ਮਣਾਂ ਨੂੰ ਰੋਕਣ ਦੇ ਲਈ ਫੌਜ ਦਾ ਪ੍ਰਬੰਧ ਕੀਤਾ ਗਿਆ। ਤੇ ਫੌਜੀ ਬੰਦੇ ਨੂੰ ਆਪਾਂ ਕਹਿੰਦੇ ਆ ਜੀ ਇਹ ਦੇਸ਼ ਦੇ ਰਖਵਾਲੇ ਨੇ, ਸਾਡੇ ਸਮਾਜ ਦੇ ਰਖਵਾਲੇ ਨੇ। ਦੇਖੋ, ਜਿਤ ਬਹਿ ਸਰਬ ਸੰਭਾਲੇ, ਭਾਵ ਉਹ ਪਰਮਾਤਮਾ ਕਿਸੇ ਫੌਜੀ ਵਿੱਚ ਰੂਪ ਵਿੱਚ ਸਾਡੇ ਦੇਸ਼ ਦੀ ਰਾਖੀ ਵੀ ਕਰ ਰਿਹਾ ਹੈਗਾ, ਕਿਸੇ ਆਗੂ ਦੇ ਰੂਪ ਵਿੱਚ ਦੇਸ਼ ਨੂੰ ਚਲਾ ਵੀ ਰਿਹਾ ਹੈਗਾ, ਪਿਓ ਤੇ ਮਾਂ ਦੇ ਰੂਪ ਵਿੱਚ ਬੱਚਿਆਂ ਨੂੰ ਪਾਲ ਵੀ ਰਿਹਾ ਹੈਗਾ। ਇਉਂ ਉਹ ਪਰਮਾਤਮਾ ਸਾਨੂੰ ਸਾਰਿਆਂ ਨੂੰ ਪਾਲ ਰਿਹਾ ਹੈਗਾ। ਪਰ ਅੱਗੇ ਜੋ ਕੁਝ ਵੇਖ ਰਹੇ ਆ ਇਹ ਆ ਸੀਸਾ। ਇਹ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਇਹ ਸੀਸਾ ਗਾ। ਮੰਨ ਲਓ ਇੱਕ ਦੁਨਿਆਵੀ ਤਲ ਤੇ ਨਾ ਆਪਾਂ ਸਾਰੇ ਦਸਤਾਰ ਬੰਨ੍ਹਦੇ ਆ, ਸੀਸੇ ਦੇ ਵਿੱਚ ਆਪਣਾ ਮੁੱਖ ਵੇਖਦੇ ਆ, ਤੇ ਸੋਚਣ ਵਾਲੀ ਗੱਲ ਇਹ ਆ, ਜਦੋਂ ਅਸੀਂ ਸੀਸੇ ਵੱਲ ਤੱਕਦੇ ਆ ਨਾ, ਸੱਚ ਜਾਣਿਓ ਕੋਈ ਬਿਰਲਾ ਹੋਵੇਗਾ ਜਿਹਦਾ ਧਿਆਨ ਸੀਸੇ ਤੇ ਖੜਦਾ, ਤੇ ਨਹੀਂ ਸਭ ਦਾ ਧਿਆਨ ਸੀਸੇ ਵੱਲ ਤੱਕਦੇ ਆ ਸਾਰ ਆਪਣੇ ਆਪ ਤੇ ਆ ਜਾਂਦਾ, ਪਿੱਛੇ ਮੁੜਿਆ ਹੁੰਦਾ। ਕੋਈ ਵਿਰਲਾ ਹੀ ਹੋਊਗਾ ਜਿਹੜਾ ਦੇਖਦਾ ਹੋਊਗਾ ਵੀ ਸੀਸਾ ਬੜਾ ਵਧੀਆ ਜੀ, ਆਹ ਕੰਨੀ ਬੜੀ ਵਧੀਆ, ਇਹਦੇ 'ਚ ਆਹ ਇੱਦਾਂ ਡਿਜ਼ਾਈਨ ਪਾਇਆ, ਫਲਾਨੀ ਚੀਜ਼ ਆ, ਉਹ ਕੋਈ ਵਿਰਲਾ ਇਨਸਾਨ ਹੋਵੇਗਾ ਜਿਹਦਾ ਧਿਆਨ ਕੇਵਲ ਤੇ ਕੇਵਲ ਸੀਸੇ ਤੇ ਟਿਕਦਾ। ਪਰ ਨਹੀਂ, ਬਹੁਤਿਆਂ ਦਾ ਬਹੁ ਗਿਣਤੀ ਉਹ ਜਦੋਂ ਸੀਸੇ ਵੱਲ ਆਪਾਂ ਤੱਕੇ, ਆਪਣੇ ਆਪ ਵੱਲ ਸਾਡਾ ਧਿਆਨ ਮੁੜਿਆਉਂਦਾ, ਮੇਰੇ ਮੁੱਖ ਤੇ ਕਿੱਥੇ ਦਾਗ ਆ, ਦਸਤਾਰ ਟੇਢੀ ਬਿੰਗੀ ਕਿਹੋ ਜਿਹੀ ਆ, ਕਿਹੋ ਜਿਹੀ ਨਹੀਂ ਹੈ। ਬਸ ਪਾਤਸ਼ਾਹ ਜੀ ਕਹਿੰਦੇ ਜਿੰਨੀਆਂ ਵੀ ਦੁਨਿਆਵੀ ਦਾਤਾਂ ਨੇ, ਜਿੰਨੇ ਵੀ ਦੁਨਿਆਵੀ ਤਲ ਤੇ ਜੀਵ ਨੇ, ਚਾਹੇ ਮਨੁੱਖ ਦੇ ਰੂਪ ਵਿੱਚ ਆ, ਚਾਹੇ ਉਹ ਕਿਸੇ ਪੰਛੀ ਦੇ ਜਾਂ ਕਿਸੇ ਪਸ਼ੂ ਦੇ ਰੂਪ ਵਿੱਚ ਨੇ, ਸਾਰੇ ਇੱਕ ਰੱਬ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸੀਸਾ, ਇਹ ਸੀਸੇ ਦੇ ਰੂਪ ਵਿੱਚ ਨੇ। ਉਹਨਾਂ ਤੇ ਆਪਣੀ ਅੱਖ ਨਾਲ ਦੇਖਣ ਤੋਂ ਭਾਵ ਅੱਗੇ ਪਿੱਛੇ ਮੁੜ ਕੇ ਆਉਣਾ, ਤੂੰ ਆਪਣੇ ਆਪ ਵੱਲ ਵੀ ਵੇਖਣਾਗਾ। ਬਸ ਇਦਾਂ ਦੀ ਭਾਵ ਤੇਰੀ ਕਿਰਿਆ ਹੋਗੀ ਤਾਂ ਬਸ ਤੇਰੀ ਪ੍ਰਕਿਰਤੀ ਹੈ ਨਾ ਜਿਹੜੀ ਉਹ ਸੋਹਣੀ ਬਣ ਜਾਵੇਗੀ, ਕਮਾਲ ਦੀ ਬਣ ਜਾਵੇਗੀ। ਜਦੋਂ ਭਾਵ ਤੱਕੇਗਾ ਤੂੰ ਕਿਸੇ ਵੱਲ ਤੇ ਧਿਆਨ ਤੇਰਾ ਖੁਦ ਆਪਣੇ ਤੇ ਆਵੇਗਾ। ਪਰ ਅੱਜ ਦਾ ਬੰਦਾ ਕਿਹੋ ਜਿਹਾ, ਜਿਹੜੀ ਚੀਜ਼ ਤੇ ਤੱਕਦਾ। ਹੁਣ ਸਾਡੀ ਬਿਮਾਰੀ ਕੀ ਆ? ਸਾਨੂੰ ਰੱਬ ਦਾ ਘਰ ਕਿਉਂ ਨਹੀਂ ਮਿਲਿਆ? ਨੰਬਰ 1 ਤੇ ਅਸੀਂ ਆਪਣੇ ਹੱਥ ਤੋਂ ਚੁੱਕ ਕੇ ਕਿਸੇ ਦੇ ਮੂੰਹ ਵਿੱਚ ਪਾਉਣ ਦੇ ਆਦੀ ਨਹੀਂ ਹਾਂ, ਕਿਸੇ ਦੇ ਹੱਥ ਤੋਂ ਖੋਹਣ ਦੇ ਆਦੀ ਹਾਂ। ਨੰਬਰ 2 ਤੇ ਇਹ ਦੁਨੀਆ ਦੇ ਵਿੱਚ ਵਾਹਿਗੁਰੂ ਪਰਮਾਤਮਾ ਵਸਦਾ, ਤੇ ਇਹ ਦੁਨੀਆ ਦੇ ਵਿੱਚ ਜਿੰਨੀਆਂ ਦਾਤਾਂ ਨੇ ਉਹਨਾਂ ਦਾਤਾਂ ਤੇ ਸਾਡਾ ਧਿਆਨ ਤਾਂ ਵਗ ਗਿਆ। ਐਸੀ ਗੱਲ ਨਹੀਂ ਦੇਖਦੇ, ਦੇਖ ਤਾਂ ਰਹੇ ਆ ਉਹ ਦਾਤਾਂ ਨੂੰ, ਪਰ ਜਿਹੜੀ ਵੀ ਦਾਤ ਵੇਖ ਲੈਂਦੇ ਆ ਨਾ, ਕੋਸ਼ਿਸ਼ ਇਹ ਹੁੰਦੀ ਆ ਵੀ ਇਹ ਮੇਰੇ ਘਰ ਦੇ ਵਿੱਚ ਹੋਵੇ। ਉਦਾਹਰਨ, ਦੁਨਿਆਵੀ ਤੌਰ ਤੇ ਕੋਈ ਵਹੀਕਲ ਵੇਖ ਲਿਆ ਨਾ, ਬੰਦੇ ਦੀ ਸੋਚ ਹੈ ਮੇਰੇ ਘਰ ਦੇ ਵਿੱਚ ਹੋਵੇ। ਦੁਨਿਆਵੀ ਤਲ ਤੇ ਕੋਈ ਗਹਿਣੇ ਵੇਖ ਲਏ ਨਾ, ਬੰਦਾ ਸੋਚਦਾ ਇਹ ਮੇਰੇ ਘਰ ਵਿੱਚ ਹੋਣੇ ਚਾਹੀਦੇ ਆ। ਦੁਨਿਆਵੀ ਤਲ ਤੇ ਨਾ ਇੱਕ ਪਰਿਵਾਰ ਨੇ ਸੋਹਣੀ ਸੁੰਦਰ ਨੌਜਵਾਨ ਲੜਕੀ ਵੇਖ ਲਈ ਨਾ, ਉਹ ਭਾਵਨਾ ਕੀ ਬਣ ਗਈ, ਇਹ ਮੇਰੇ ਘਰ ਵਿੱਚ ਹੋਣੀ ਚਾਹੀਦੀ ਆ। ਰੀਤ ਆ ਨਾ। ਦੁਨਿਆਵੀ ਤਲ ਤੇ ਲੜਕੀ ਵਾਲਿਆਂ ਦੇ ਪਰਿਵਾਰ ਨੇ ਸੁਨੱਖਾ ਸਿਆਣਾ ਸੂਝਵਾਨ ਲੜਕਾ ਵੇਖ ਲਿਆ, ਭਾਵਨਾ ਕੀ ਬਣਾਈ ਆ, ਇਹ ਮੇਰੇ ਕਬਜ਼ੇ ਵਿੱਚ ਹੋਣਾ ਚਾਹੀਦਾ, ਮੇਰੇ ਘਰ ਵਿੱਚ ਹੋਣਾ ਚਾਹੀਦਾ। ਪਰ ਉਹ ਕੁਝ ਵੇਖ ਕੇ ਨਾ ਆਪਣੇ ਆਪ ਵੱਲ ਨਹੀਂ ਮੁੜੇ। ਭਾਵ ਆਪਣੇ ਆਪ ਵੱਲ ਮੁੜਨ ਤੋਂ ਭਾਵ ਕੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਨਹੀਂ ਕੀਤਾ ਜਿਹਨੇ ਇੰਨੀ ਸੁੰਦਰਤਾ ਦਾ ਪੂਰੇ ਸੰਸਾਰ ਨੂੰ, ਸਾਰੇ ਜੀਵਾਂ ਨੂੰ ਘੜਿਆ ਹੈ, ਉਹਦਾ ਸ਼ੁਕਰ ਨਹੀਂ ਕੀਤਾਗਾ। ਆਹ ਕੰਮ ਗੁਰੂ ਸਾਹਿਬ ਜੀ ਕਹਿੰਦੇ ਤੇਰੀ ਸੱਚੀ ਪ੍ਰਕਿਰਤੀ ਹੈ। ਹਰ ਪਹਿਲੜੀ ਲਾਵ ਪਰਵਿਰਤੀ। ਫਿਰ ਅੱਗੇ ਕੀ ਆ, ਇਸ ਸੋਹਣੇ ਕੰਮ ਨੂੰ, ਭਾਵ ਹਰ ਇੱਕ ਚੀਜ਼ ਨੂੰ ਵੇਂਦਿਆਂ ਹੋਇਆਂ ਰੱਬ ਜੀ ਤੇ ਧਿਆਨ ਲੈ ਕੇ ਜਾਣਾ, ਪਰਮਾਤਮਾ ਵੱਲ ਧਿਆਨ ਲੈ ਕੇ ਜਾਣਾ। ਪ੍ਰਕਿਰਤੀ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਹਰ ਪਹਿਲੜੀ ਲਾਭ ਪ੍ਰਕਿਰਤੀ, ਕਰਮ ਦ੍ਰਿੜਾਇਆ। ਇਸ ਕਰਮ ਨੂੰ ਦ੍ਰਿੜ ਕਰਨਾ, ਪੱਕਾ, ਕੱਚਾ ਨਹੀਂ ਹੋਣਾ ਚਾਹੀਦਾ ਗਾ।
ਚੰਗੇ ਕਰਮ ਨੂੰ ਰੋਜ਼ ਦੀ ਆਦਤ ਵਿੱਚ ਲੈ ਕੇ ਆ, ਪਰ ਚੰਗਾ ਕਰਮ ਸਾਡਾ ਰੋਜ਼ ਦੀ ਆਦਤ ਵਿੱਚ ਨਹੀਂ ਹੈ। ਅਸੀਂ ਮਹੀਨੇ ਬਾਅਦ, 2 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ ਕਰਦੇ ਆ ਨਾ। 6 ਮਹੀਨਿਆਂ ਬਾਅਦ ਕਦੇ ਕਦੇ ਕਹਿੰਦੇ ਕੁਛ ਨਹੀਂ ਹੁੰਦਾ, ਇੱਕ ਵਾਰੀ ਕਰ ਲਓ, ਕਹਿੰਦੇ ਫਲ ਲੰਮਾ ਟਾਈਮ ਮਿਲ ਜਾਂਦਾ ਗਾ। ਪਰ ਸੱਚ ਜਾਣਿਓ, ਮਾਲੀ ਹੈ ਨਾ, ਉਹ ਰੋਜ਼ਾਨਾ ਆਪਣੇ ਬਾਗ ਵਿੱਚ ਰਹਿੰਦਾ ਗਾ, ਨਿਗਾਹ ਰੱਖਦਾ 4 ਚੁਫੇਰਿਓਂ, ਸੁਚੇਤ ਆ। ਕਿਸਾਨ ਆ ਨਾ, ਆਪਣੀ ਫਸਲ ਸੰਬੰਧੀ ਸੁਚੇਤ ਆ। ਦੁਕਾਨਦਾਰ ਆ ਨਾ, ਉਹ ਭਾਵੇਂ ਗਾਹਕ ਆਵੇ ਨਾ, ਉਹ ਆਪਣੀ ਦੁਕਾਨ ਤੇ ਹਾਜ਼ਰ ਆ। ਕੋਈ ਵੀ ਕਿਸੇ ਅਦਾਰੇ ਨਾਲ ਆਪਾਂ ਜੋੜ ਲਵੋ। ਇੱਕ ਮਾਂ ਭੈਣ ਆ ਨਾ ਸਿਆਣੀ, ਆਪਾਂ ਪਿੱਛੇ ਪਾਠ ਪੜ੍ਹ ਕੇ ਆਏ, ਲਾਵਾਂ ਦਾ ਪਾਠ ਸੁਣਨ ਤੋਂ ਪਹਿਲਾਂ ਨਾ ਕੁਚੱਜੀ, ਸੁਚੱਜੀ ਤੇ ਗੁਣਵੰਤੀ ਨੂੰ ਵੇਖਣਾ ਅਤੀ ਜ਼ਰੂਰੀ ਆ। ਆਪਾਂ 3 ਸ਼ਬਦ ਪਿੱਛੇ ਪੜ੍ਹ ਕੇ ਆਏ ਕਾਫੀ ਦਿਨ ਪਹਿਲਾਂ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਹੁਣ ਸਾਡੇ ਜੀਵਨ 'ਚ ਗੁਣ ਤਦ ਪੈਦਾ ਹੋਵੇਗਾ ਜਦੋਂ ਅਸੀਂ ਕਿਸੇ ਚੀਜ਼ ਵੱਲ ਤੱਕ ਕੇ ਰੱਬ ਤੇ ਧਿਆਨ ਲੈ ਕੇ ਜਾਵਾਂਗੇ। ਆਪਣੀ ਜ਼ਿੰਦਗੀ ਵਿੱਚ ਰੱਬ ਨੂੰ ਚੇਤੇ ਕਰਨ ਵਾਲਾ ਕਰਮ ਆ ਜਿਹੜਾ, ਉਹ ਦ੍ਰਿੜ ਕਰਾਂਗੇ। ਕਿਵੇਂ ਕਰਨਾਗਾ? ਸਾਨੂੰ ਦੁਨਿਆਵੀ ਰਿਸ਼ਤੇ ਵਿੱਚੋਂ ਦੱਸਿਆ ਮੇਰੇ ਮਾਲਕ ਨੇ, ਦੇਖ ਜੀਵ ਇਸਤਰੀ, ਤੂੰ ਨਿਗਾਹ ਮਾਰ, ਕੱਲ ਨਾ ਤੇਰਾ ਮਾਲਕ ਤੇਰਾ ਬਾਪ ਸੀ, ਤੇਰੀ ਮਾਂ ਸੀ, ਤੂੰ ਉਹਨਾਂ ਦਾ ਰਟਨ ਕਰਦੀ ਸੀ, ਹੈ ਮੇਰੀ ਮਾਂ, ਹੈ ਮੇਰਾ ਬਾਪ, ਤੇਰੇ ਧਿਆਨ ਵਿੱਚ ਉਹ ਆਉਂਦੇ ਸੀ। ਪਰ ਅੱਜ ਉਹ ਦਿਨ ਆਇਆ, ਸਮਾਂ ਆਇਆ। ਕੀ ਆ ਗਿਆ? ਅੱਜ ਜਿਸ ਆਪਾਂ ਪਿੱਛੇ ਉਦਾਹਰਨ ਲਿੱਤੀ ਸੀ, ਅੱਜ ਤੱਕ ਮੇਰਾ ਨਾਮ ਕੀ ਸੀ? ਜੀਵਨ ਕੌਰ ਸਪੁੱਤਰੀ ਬਲਿਹਾਰ ਸਿੰਘ, ਤੇ ਹੁਣ ਜੀਵਨ ਕੌਰ ਸੁਪਤਨੀ ਭਾਈ ਨਰੈਣ ਸਿੰਘ। ਅੱਜ ਤੋਂ ਬਾਅਦ ਤੇਰੇ ਧਿਆਨ 'ਚ ਹੁਣ ਨਰੈਣ ਆ ਗਿਆ, ਬੰਦਾ ਜਿਹੜਾ ਨੌਜਵਾਨ ਲੜਕਾ ਨਾ, ਜਿਹਦੇ ਨਾਲ ਵਿਆਹ ਹੋ ਗਿਆ, ਉਹ ਆ ਗਿਆ। ਕਿਉਂ ਆ ਗਿਆ? ਕਿਉਂਕਿ ਉਹਦਾ ਸੁਭਾਅ, ਉਹਦਾ ਸਲੂਕ, ਉਹਦਾ ਵਿਹਾਰ ਚੰਗਾ, ਵਰਤਾਓ ਚੰਗਾ, ਤੇਰੀ ਜ਼ਿੰਦਗੀ ਦਾ ਮਾਲਕ ਉਹ ਬਣ ਗਿਆ। ਜਿੱਥੇ ਅੱਜ ਤੋਂ ਬਾਅਦ ਤੂੰ ਰਟਣ ਆਪਣੇ ਪਤੀ ਦਾ ਸ਼ੁਰੂ ਕਰਤਾ ਨਾ, ਹੁਣ ਭਾਵਨਾ ਕੀ ਬਣ ਗਈ? ਜਿੰਨਾ ਟਾਈਮ ਮੇਰਾ ਪਤੀ ਕਰਨੀ ਉਹਦੇ, ਮੈਂ ਪਾਣੀ ਨਹੀਂ ਪੀਣਾ, ਰੋਟੀ ਨਹੀਂ ਖਾਣੀ, ਮੈਂ ਨਹੀਂ ਕੁਝ ਖਾਣਾ ਪੀਣਾ। ਇਹ ਸਾਡਾ ਸੁਭਾਅ ਬਣ ਗਿਆ ਸਿਆਣੇ ਬੱਚੇ ਦਾ। ਨਹੀਂ, ਮੈਂ ਨਹੀਂ ਉਹਨਾਂ ਵਕਤ ਕੁਝ ਵੀ ਖਾਣਾ ਪੀਣਾ। ਕਾਸ਼ ਕਦੇ ਜਿਹੜੀ ਗੱਲ ਮੇਰੇ ਮਾਲਕ ਨੇ ਕਹੀ ਹੈ ਨਾ, ਪਹਿਲੜੀ ਲਾਮ ਦੇ ਵਿੱਚ ਸਾਨੂੰ ਸਮਝ ਆਇਆ, ਤੇ ਸਾਡਾ ਸੁਭਾਅ ਜਿੱਥੇ ਦੁਨਿਆਵੀ ਤਲ ਤੇ ਇੰਨਾ ਸਿਆਣਾ ਬਣ ਗਿਆ, ਸੋਹਣਾ ਬਣ ਗਿਆ ਵੀ ਪਤੀ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ, ਤੇ ਕਦੇ ਅਸੀਂ ਆਪਣੇ ਮਾਲਕ ਦੇ ਦਰ ਤੇ ਆ ਕੇ ਕਹਿ ਦਈਏ, ਸੱਚੇ ਪਾਤਸ਼ਾਹ, ਜਿੰਨਾ ਟਾਈਮ ਰੋਜ਼ਾਨਾ ਦੀ ਮੇਰੀ ਕਿਰਿਆ ਦੇ ਵਿੱਚ ਤੂੰ ਨਹੀਂ ਆਉਂਦਾ, ਤੇ ਉਹਨਾਂ ਟਾਈਮ ਨੂੰ ਕੁਛ ਨਹੀਂ ਚੰਗਾ ਲੱਗਦਾ ਗਾ। ਉਹ ਰੋਜ਼ ਦੀ ਕਿਰਿਆ ਕੀ ਨਾ, ਸ਼ਾਮ ਦਾ ਵਕਤ ਹੋਇਆ, ਆਰਾਮ ਦੇ ਲਈ ਚਲੇ ਗਏ, ਵਿਸਰਾਮ ਕੀਤਾ, ਅੰਮ੍ਰਿਤ ਵੇਲੇ ਪਹੁ ਫਟਾਲਾ ਹੋਇਆ। ਤੇ ਜੇ ਤਾਂ ਹੁਣ ਧਿਆਨ ਵਿੱਚ ਇਹ ਆ ਵੀ ਜਿੰਨਾ ਟਾਈਮ ਮੈਨੂੰ ਮੈਂ ਗੁਰੂ ਨਹੀਂ ਮਿਲਦਾ, ਜਿੰਨਾ ਟਾਈਮ ਮੇਰੇ ਮਾਲਕ ਨੂੰ ਯਾਦ ਨਹੀਂ ਕਰਦਾ, ਤੇ ਉਹਨਾਂ ਟਾਈਮ ਨਾ ਦੁੱਧ, ਨਾ ਚਾਹ, ਨਾ ਪਾਣੀ, ਕੁਛ ਵੀ ਨਹੀਂ ਚੰਗਾ ਲੱਗਦਾ, ਕੁਝ ਵੀ ਚੰਗਾ ਨਹੀਂ ਲੱਗਦਾ ਗਾ। ਭਾਵ ਕਿੰਨਾ ਟਾਈਮ? ਜਿੰਨਾ ਟਾਈਮ ਮੇਰੇ ਮਾਲਕ ਨੂੰ ਨਹੀਂ ਮਿਲਦਾ ਮੈਂ। ਤੇ ਸਾਡੀ ਕਿਰਿਆ ਕੀ ਆ, ਉਹ ਆਪਾਂ ਖੁਦ ਨਿਗਾਹ ਮਾਰ ਕੇ ਵੇਖ ਸਕਦੇ ਹਾਂ। ਤੇ ਗੁਰੂ ਕਹਿੰਦਾ, ਇਹ ਪਤਨੀ ਦੇ ਵਿੱਚੋਂ ਸਿੱਖਿਆ ਲੈ ਲਾ। ਪਤਨੀ ਕਹਿੰਦੀ ਹੈ, ਪਤੀ ਆਉਣ ਤੱਕ ਮੈਂ ਕੁਝ ਹੀ ਛਕਣਾ ਨਹੀਂ ਹੈ। ਤੇ ਤੂੰ ਵੀ ਇਹ ਸੁਭਾਅ ਬਣਾ ਲਾ, ਜਿੰਨਾ ਟਾਈਮ ਮੈਂ ਗੁਰੂ ਨੂੰ ਨਹੀਂ ਮਿਲਦਾ, ਜਿੰਨਾ ਟਾਈਮ ਮੈਂ ਗੁਰੂ ਤੋਂ, ਮੇਰੇ ਰੱਬ ਦੀ, ਮੇਰੇ ਮਾਲਕ ਦੀ ਗੱਲ ਨਹੀਂ ਨਾ ਸੁਣਦਾ ਗਾ, ਉਹਨਾਂ ਟਾਈਮ ਕੁਝ ਵੀ ਛਕਣਾ ਨਹੀਂ ਹੈ, ਕੁਝ ਵੀ ਖਾਣਾ ਪੀਣਾ ਨਹੀਂ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਭਾਗਾ, ਗੁਰ ਕੇ ਬਚਨੀ ਹਾਟ ਬਕਾਨਾ। ਜਿੰਨਾ ਟਾਈਮ ਮੈਂ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਵਰਤਦਾ ਗਾ, ਇਹ ਸੀ ਸਾਡਾ ਅਸਲੀ ਕਰਮ। ਸਿੱਖਿਆ ਕਿੱਥੋਂ ਲੈਤੀ ਆ? ਇੱਕ ਨੌਜਵਾਨ ਲੜਕਾ ਤੇ ਲੜਕੀ ਦੇ ਜੀਵਨ ਵਿੱਚੋਂ ਸਿੱਖਿਆ ਮਿਲ ਗਈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਲੜਕੀ ਦੀ ਇਹ ਭਾਵਨਾ ਨਾ, ਤੇ ਸੱਚ ਜਾਣਿਓ, ਉਹ ਲੜਕਾ ਕਿੱਡਾ ਬੇਵਕੂਫ ਹੋਵੇਗਾ ਜਿਹੜਾ ਲੜਕੀ ਦੀ ਆ ਭਾਵਨਾ ਵੇਖ ਕੇ ਲੜਕੀ ਨੂੰ ਪਿਆਰ ਨਾ ਕਰੇ। ਕਾਸ਼ ਹਰ ਕੋਈ ਬੰਦਾ, ਹਰ ਕੋਈ ਨੌਜਵਾਨ ਇਹ ਭਾਵਨਾ ਵੇਖ ਕੇ ਹਰ ਥਾਂ ਤੇ, ਹਰ ਮੋੜ ਤੇ ਵਡਿਆਈ ਕਰੂ, ਮੇਰੀ ਪਤਨੀ ਵਰਗੀ ਨਾ ਕਿਤੇ ਕੋਈ ਨਹੀਂ ਹੈ। ਕਿੰਨਾ ਜੀਵਨ ਵਿੱਚ ਸਦਕਰਮ ਆ ਗਿਆ। ਮਾੜੇ ਥਾਂ ਤੇ ਕਦਮ ਧਰਨ ਤੋਂ ਪਹਿਲਾਂ ਉਹਨੂੰ ਉਹਦੀ ਪਤਨੀ ਧਿਆਨ ਵਿੱਚ ਆਊਗੀ। ਦੇਖੋ ਕਿੱਡਾ ਸਾਡੀ ਜ਼ਿੰਦਗੀ ਦਾ ਭਲਾ ਹੋਇਆ ਜਦੋਂ ਇਦਾਂ ਦੀ ਕਿਰਿਆ ਸ਼ੁਰੂ ਹੋ ਗਈ। ਪਰ ਇਹ ਕਿਰਿਆ ਅੱਜ ਖਤਮ ਆ ਭਾਈ। ਗੁਰੂ ਨੇ ਸਾਡੇ ਘਰ ਚੋਂ, ਰਿਸ਼ਤੇ ਚੋਂ ਨਾ ਸਾਂਝ ਪਾਈ ਆ ਵੀ ਤੇਰਾ ਜੀਵਨ ਆ ਹੋਣਾ ਚਾਹੀਦਾ। ਆਪਾਂ ਪੜ੍ਹਿਆ ਕੀ ਆ? ਹਰ ਪਹਿਲੜੀ ਲਾਭ ਪਰ ਬਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ। ਬਲਰਾਮ, ਫਿਰ ਮੈਂ ਮੇਰੇ ਮਾਲਕ ਤੋਂ ਸਦਕੇ ਜਾਂਦੀ ਹਾਂ, ਮੇਰੇ ਮਾਲਕ ਤੋਂ ਮੈਂ ਬਲਿਹਾਰ ਜਾਂਦੀ ਹਾਂ। ਮੇਰੇ ਮਾਲਕ ਨੇ ਮੇਰੇ ਜੀਵਨ ਵਿੱਚ ਇੰਨਾ ਸੋਹਣਾ
ये शुभ कर्म दृढ़ करवा दिता है। अगे की कहेगा, बाणी ब्रह्मा वेद धर्म दृढ़ हो। फिर अगे की लिखेगा, पातशाह जी कहते पाप तजाया बलराम जी हो। हुण इत्थे लिखिया बाणी आवाज शब्द किहदी अपने हिरदे दे विच दृढ़ करनी है। बाणी ब्रह्मा वेद धर्म दृढ़ हो। हुण ये पाठ ना अपने ध्यान च आपां पहलां सुनिया सी भी केवल लड़के लड़की के संबंध में ही जुड़िया हुआ भी हाँ जी बस आनंद कारजां वेले पाठ पढ़ना उदों बाद सानूं कोई लोड़ नहीं है। पर सिक्ख्या किड्डी आ, बाणी आवाज़ शब्द ते शब्द किहदा होवे, ब्रह्मा। किहड़े ब्रह्मा? वो ब्रह्मा दा नहीं जिहड़े नूं आपां लोक मनदे पूजदे ना, ब्रह्मा परमात्मा अकाल पुरख रब जी ब्रह्मा जी दा शब्द ओदी आवाज़। बाणी ब्रह्मा वेद धर्म दृढ़ हो, भाव मैं मेरे मालक तो मत लेके ना शब्द वो तो ले ले, उधारे ले ले भी मैनू ये बाणी मैनू ये शब्द मैनू ये शुभ वचन तू दे दे। फिर की कीता गा, जदों वो शुभ वचन मेरे दिमाग विच आ गए ना, फिर पाप तजाया। दुनिया दे विच किते भी अजिहा तुहानू डॉक्टर, अजिहा वैद, अजिही कोई अदालत, अजिहा कोई जज नहीं मिलूगा। जे मिलूगा तो मैनूं जरूर दस्सिओ। नहीं मिलूगा किहड़ा? जिहड़ा तुहानू पापां तो मुक्त करा दे, जिहड़ा सानू पापां तो मुक्त करा दे। अपराध तो मुक्त करन दे लई जज ने वरी कर देने, कोई गल नहीं, इतकी गलती हो गई ना, कोई गल नहीं, फिर ना गलती करी, तैनूं छड्ड दिंदे आगे। वकील भी कोशिश करते आ, साडे नाल खड़ जाते हैं, कोई गल नहीं तैनूं असीं बरी करवा दांगे, साडे कोले ताकत है, पर अगे तो अपराध ना करी। पाप तो मुक्त कराउण वाला दुनिया विच कोई नहीं है। कोई भी, कोई वैद हकीम डॉक्टर कोई भी किसी तरह का जज वकील नहीं है। अच्छा, पाप तो मुक्त कराउण लई कौन आ? जिहदा सरलेख आपां इत्थे पढ़िया, बाणी ब्रह्मा वेद धर्म दृढ़ हो, जिन्हां ने रब्बी उपदेश नूं अपने अंदर ले आंदा। कहंदे ये रब्बी उपदेश ना सानू पापां तो मुक्त करवा दिंदा। पापां तो मुक्त किवें करवाउंदा गा? थोड़ी जी निगाह मार लो। कई बार हुंदा ना भी पाप करी चलो, बाणी पढ़ लो ते पाठ करा लो, अखंड पाठ करा लो ते असीं पापां तो मुक्त हो जाएंगे। बिल्कुल नहीं होवांगे ना। कदों होवांगे? जिहड़ी पिछे गल लिखी सी ना, कर्म दृढ़ाया, उस कर्म नूं अपनी जिंदगी विच पक्का करना पऊगा। जे मेरे मालक ने कह दिता ना भी चोर की हामा भरे ना कोई, चोर का किया चंगा क्यों होए, हुण गुरु ने उपदेश दे दिता ना, ते फिर इस उपदेश नूं आपां अपनी जिंदगी च मनना भी असीं चोरी नहीं करनी। ते चोर हर कोई आ, आपां अगे भी कई बारी विचार कीती आ। सच जाणिओ, चोरी करन वाला वो नहीं है जिहड़ा कोई किसी के घर विचों चीज़ चुक के ले गया भी साडा ध्यान वो चोर ते वग जे ना। चोर एक बच्चा भी, अज दे समय सारे बच्चे चोर ने, बिरलिਆਂ ਨੂੰ छड्ड के। टीचरां नूं कहंदे स्कूल का काम करदा, माता पिता नूं कहंदे स्कूल का काम करदा, सारे चोरी करते हैं वाढे नाल दी नाल चैटिंग, वड्डे चैटिंग शुरू कर दिंदे आ, छोटे गेमां खेडण लग जांदे आ। मम्मी नेड़े आ गई फिर कढ लिया अपना सिलेबस। सारे चोर, नौजवान चोर। वाहिगुरू भला करे, एक माँ एक बाप वो भी किते ना किते जाके रुतबा धारण कर लेंदे। फिर गुरु की कहंदा ना ना ना, ये काम नहीं करना आपां। जदों ये अकल आ गई ना, ये शब्द साडे ध्यान च दृढ़ हो गया, प्रवेश हो गया, उस दिन असीं पापां तो मुक्त हो गए। हुण जिहदा सुभाਅ ये बन गया, जिहड़ी आपां हिंट लेता ना, ये सुभाਅ बन गया, चाहे वह वड्डा चाहे छोटा, चाहे माँ चाहे प्यो, चाहे चाचा ताया गुआंढी कौन आ कोई होवे, चाहे जिहदे ध्यान विच ये गल होई वो कदे पापां तो मुक्त नहीं हो सकदा। पापां तो मुक्त कौन होगा? जिन्हें गुरु की गल मान ली भी मैनू मेरा बाप मैनू मेरी माँ हर थां वेखदी आ, गुर मेरा संग सदा है नाले। एक तो CCTV कैमरे अपने दुनियावी तल ते लगे है ना, एक वो वाहिगुरू परमात्मा ने लाए हुए ने जो हर एक दे अंदर आ। ये CCTV कैमरे की काढ़ तो हुणी आई आ, पर रब जी ने जिद्दे सृष्टि बनाई 10,000 साल पहला, 20,000 साल पहला, अरब नरब धुंधू धारा, भाव किन्ना टाइम हो गया कोई पता नहीं, उन्हें उदे CCTV कैमरे नाल ला के तोरे साडे नाल ही पेन ड्राइव नाल दे के तोरी आ भी रिकॉर्ड सारा इधर चिप विच पै जाऊगा।
पर सच जाणिओ असी पापां तो मुक्त तां होवांगे जे गुरु दे उपदेश नूं अपनी जिंदगी च वरतांगे। जे वरतांगे नहीं तां कदे पापां तो मुक्त हो नहीं सकांगे। इस करके गुरु दे उपदेश नूं अपनी जिंदगी च वरतना ही पापां तो मुक्त होना। रट्टा लाउणा मुक्ति दा दर नहीं है, मुक्ति दा पॉइंट नहीं है, भाव समझना मुक्ति दा दर है। मान लो भी कल मेरा जीवन सी बुरा, मैं सी पापी, मैं आउंदे जांदिਆਂ ਨੂੰ ਸਾਰਿਆਂ ਨੂੰ ਲੁੱਟਦਾ ਸੀ ਤੇ ਅੱਜ गुरु ਦਾ ਉਪਦੇਸ਼ ਮੇਰੇ ਧਿਆਨ ਵਿੱਚ ਆ ਗਿਆ। मैं लुੱਟ ਬੰਦ ਕਰ ਦਿੱਤੀ। ਪਹਿਲਾਂ ਵਾਲੇ ਪਾਪ ਧੋਤੇ ਗਏ ਤੇ ਆਉਣ ਵਾਲੇ ਟਾਈਮ ਦੇ ਵਿੱਚ मैं ਪਾਪ ਕੀਤਾ ਕੋਈ ਨਹੀਂ। ਥੋੜੇ ਜਿਹੇ ਵਕਤ ਵਿੱਚ ਮੇਰਾ ਜੀਵਨ ਨਿਰਮਲ ਬਣ ਗਿਆ। ਪਹਿਲਾਂ मैं जियो मेले बाहरों निर्मल सी, हुण मैं जियो निर्मल बाहरों निर्मल। हुण मैं बाहरों भी निर्मल ते जियो भी निर्मल। इत्थे लिखिया पातशाह जी कहंदे बाणी ब्रह्मा वेद धर्म दृढ़ो पाप तजाया बलराम जियो। धर्म दृढ़ो हर नाम ध्यावो। धर्म किहड़ा दृढ़ करना गा? हर नाम ध्यावो। नाम मीनज वाहिगुरू भला करे, गुरबाणी दे ज्ञान नूं हिरदे च लियाउणा बस। चलो ठीक है, मैं माफ़ करना, एक गल मैं जरूर कहांगा, अज रट्टा लवाउण वाले बहुत ने, बाली गिणती आ, नजायज़ गिणती आ ते जिहदियां वोटां वध होण ना सच जाणिओ उसे दी शिक्का दुनिया विच चलदा। पर किसी ने बड़ा वधिया कहा, कहंदे किसी नूं वोट दा सहारा ते किसी नूं नोट दा गा। रब्बी प्यारिਆਂ ਨੂੰ वाहिगुरू जी दे नाम दा सहारा ਉਹਦੀ ओट दा, ओट तो भाव आसरा, उसे दी आसरा ਉਹਦੀ ओट दा आसरा गा। पर सच है भी जिहदे वल वोट गिणती वधा लोग उहदी सुणदे ने। अच्छा जेड़ा कोई ना कल्ला ही होवे पर गल दम वाली होवे ना, लोग नहीं सुणनगे ना। अच्छा जिहदे कोले नोट वध ने उहदी भी सुनी जांदी गल, वो भावें सब तो मूर्ख होवे आखणगे फलाना सियों दी सुनो, नाले ना भी ना पिछों भी वड्डा करनगे ना मूहरों भी वड्डा करनगे। ये फलाना स्यों ते आम तल ते ये वेखण नूं मिलदा गा। पर सच्चे पातशाह इत्थे कहंदे ना, कहंदे धर्म दृढ़ हो हर नाम ध्यावो। नाम की गल कीती है ना, नाम की आ? रब्बी ज्ञान। नाम नूं रब्बी ज्ञान नूं अपने अंदर दृढ़ कर, नहीं रट्टा लवाउण वाले बहुत मिल जाणगे। फिर पातशाह ने लिखिया ना, राम राम करता सब जग फिरै, राम ना पाया जाए। राम राम कहण वाले, वाहिगुरू कहण वाले, अल्लाह खुदा कहण वाले बहु गिणती दे मालक ने, थोड़े नहीं हैं। पर इत्थे आपां ओह काम नहीं। अभ्यास एक वखरा विशा, अपने आप नूं थोड़े टाइम दे लई उस अकाल पुरख वाहिगुरू नाल जोड़ना ते उस तो बाद ज्ञान नूं अपने हिरदे च लेके आउणा। मेन गल इह आ, धर्म दृढ़ो हर नाम ध्यावो, सिमरत नाम दृढ़ाया। फिर अगे पातशाह जिक्र करते हैं, सतगुर गुर पूरा बड़भागी आराधो सब किले विख पाप गवाया। मैं पूरे सतगुर नूं आराधना शुरू कर दिता ते मैं अपनी जिंदगी विचों सारे दुख ने वो खत्म करवा लए। सतगुर गुर पूरा आराधो सब किल विख, किल विख तो भाव दुख जिन्ने भी ने सब किल विख पाप गवाया। हुण गुरु तो यह कहंदा भी जिन्हां ने सतगुर नूं दृढ़ कीता, पक्का कीता, अपने हिरदे दे विच ना नाम दी वरतों कीती, उन्हां दे दुख कट्टे गए। पर अज एक कंप्लेंट आ रही है, शिकायत आ रही है, कहंदे दुख कट्टे नहीं जांदे साडे। फिर सानू ना गुरु बदलना पैंदा। गुरु तो उही है ना, साडा मन कहंदा नहीं इत्थे नहीं ना तेरी सुख पूरी हुई, गहां वग चल, गहां नहीं पूरी उदू गहां वग चल। कित्थे को तक जावांगे, दुनिया बाहली वड्डी आ, कित्थे होणीआं साडीआं सुखां पूरीआं। पहली गल तां गुरु दा सिख सुख नहीं सुखदा हुंदा गा कदे भी, जिहड़ा गुरु दा सिख आ ते ना वो इदां दी गल करे भी इत्थे मेरा फलाना काम होया नहीं उत्थे हो जो पूरा, ना यह दुकानदारी बन गई। बस गुरु गुरु है, बेशक साडे घर दे विच प्रकाश आ, बेशक दरबार विच प्रकाश आ। गुरु दा ज्ञान अपने हिरदे च लेके आउणा गा ते गुरु दे ज्ञान दे राही ही अपनी जिंदगी तब्दील हुंदी आ। फिर पातशाह जी कहंदे सतगुर गुर पूरा आराधो। मैं बस पूरे गुरु नूं आराध्या, मैं अधूरे नूं नहीं आराध्या, मैं छोटे नूं नहीं आराध्या, मैं पूरे नूं आराध्या। जिहड़ा सब तो वड्डा उसे नूं आराध्या, उहनूं अपने हिरदे च दृढ़ कीता, मतलब हिरदे विच लै आंदा। फिर की होया, किल विख पाप दुख भी कट्टे गए ते मेरे पाप भी कट्टे गए। दुख की सी, पहला पाप करदा सी, डरदा सी, हुण पाप करनों हट गया, डर लगनों हट गया। जिहड़ा साफ दिल बंदा ना ते वो आपां आम ही कह दिंदे भी उहनूं डर काहदा पाई। अच्छा जिहड़े बेईमान सी उहनां दे पासे आसे किन्नी फोर्स आ, आप ही निगाह मार लो,
जिन्हां ने कोले दे घोटाले कीते, जिन्हां ने सड़कों की लुक खाधी है, जिन्हां ने वजरी खाधी है, जिन्हां ने लोगों दी पेंशनां खाधियां, जिन्हां ने लोगों का अनाज खाधा, जिन्हां ने बनदा हक दिता नहीं, आउंदे आ लोकां चों ओह पापी है ना। अच्छा जिहड़ा सही है वह कहंदा मैनूं जिथे मर्जी लै जाओ। बस ये छोटे लेवल ते देख लो, उपर तक निगाह मार लो। आपां तां गल कीती भी आपां नूं सौखा ध्यान च आ जाए। जिहड़ा गंदा ना अंदरों मैला गा वो हमेशा डरदा, ਉਹਨੂੰ अंदरों पाप तपाउंदे ने, सताउंदे ने, दुखी करते हैं। ਜਿਹੜਾ भाव पापी नहीं है ना, भाव वो कदे भी दुखी नहीं हुंदा गा। दुनियावी तल ते कदे छोटा कदे वड्डा एक वखरा विषय हैगा। इत्थे पातशाह जी कहंदे ਉਹਦੇ भाई पाप ते ਉਹਦੇ किल कट्टे जाते हैं। सहज आनंद होआ वड भागी, मेरा हुण आ कर्म करके रब जी नाल विआह हो गया। चलो आपां विआह कहने, वैसे सिख दा आनंद हुंदा, आनंद कारज ਆਪਾਂ ਵਿਆਹ ਕਹਿ ਦਿੰਦੇ ਆ। ਉਹ ਸਾਡਾ ਨਾਮ ਨਹੀਂ ਹੈ, ਇਹ ਗੁਆਂਢੀਆਂ ਦਾ ਸੀ, ਅਸੀਂ ਆਪਣੇ ਘਰ ਵਿੱਚ ਲੈ ਜਾਂਦਾ, ਕਿਉਂਕਿ ਅਸੀਂ ਤਾਂ ਆਪਣੀ ਮਾਂ ਵੀ ਛੱਡਤੀ ਨਾ, ਮਾਂ ਬੋਲੀ ਤੇ। ਪਰ ਸੋਚਣ ਵਾਲੀ ਗੱਲ ਇਹ ਹੈ, ਸਾਡਾ ਆਨੰਦ ਸੀ। ਪਾਤਸ਼ਾਹ ਨੇ ਇੱਥੇ ਆਨੰਦ ਦੀ ਗੱਲ ਕੀਤੀ ਹੈ। ਮੇਰਾ ਆਨੰਦ ਮਤਲਬ ਸਮਝਣ ਵਾਸਤੇ ਵਿਆਹ ਕਿਹਦੇ ਨਾਲ ਹੋ ਗਿਆ? ਰੱਬ ਜੀ ਨਾਲ ਹੋ ਗਿਆ, ਪਰਮਾਤਮਾ ਨਾਲ ਹੋ ਗਿਆ। सहज आनंद होआ वड भागी। अगे मन नन्हे नूं हुशियारी है, मेरे मन दे विच मन हर हर मीठा लाया। मैनू रब जी दे बोल, रब जी दा नाम, रब जी दा ज्ञान, रब दे सारे काम मैनू बहुत मिठे लगते ने। अच्छा मिठे कदों लगणगे? जदों साडा सुभाअ गुरु नाल इकमिक हो गया, फिर असीं गुरु ते कदे शिकवा नहीं करांगे। अच्छा उसे दे बोल कौड़े लगते ने, उसे दियां दित्तियां होईयां दातां बेसवादियां हुंदियां ने, किहदियां? जिहदे नाल साडी बनदी ना होवे। उदाहरण ना इवें जिवें गुरु नाल बनन लगी ना, हुण गुरु दी भावें माफ़ करना, गुरु दी गलत गल एक भी नहीं, पर एक समझण वास्ते भावें गुरु ने सानू गलत गल ही दसी आ, पर वो भी सानू मिठी लगदी आ। गुरु ने भावें सानू दुख देते, गुरु दे दिते हुए दुख भी ना सानू मिठे लगते ने। जदों रब जी नाल वो परमात्मा गुरु नाल साडा विआह हो गया, तो फिर ये उदाहरण तो आपां नूं इतिहास विचों लैनी लाजमी आ भी कदे वक्त सी साडे सत्कारयोग धन गुरु हरगोबिंद साहब महाराज जी, महान शख्सियत जिन्हां वर्गा कोई नहीं होया। उन्हां दी प्यारी बेटी बीबी बीरो दा आनंद कारज बिल्कुल एक गरीब लड़के नाल पढ़िया गया। आप सारे समझते इस गल नूं, पर जो सीखना की आ, उस बीबी ने कदे शिकवा नहीं किया भी अगे महिलां विच रहिंदी सी, अगे मैं बैडां ते सौना सी, अगे मैं चंगा खाना सी, अज हो सकदा मैनूं भुंजे पैना पै जावे, हो सकदा मैनूं नानक भुसरियां पकाइयां धरती ते, अगे मेरे लिए स्पैशल चौंका बनिया होया सीगा ते अज धरती ते बनाउणा पै गया, पर शिकवा कोई नहीं। पर भाव रब जी वल्लों बख्शिश कीता होया वो पति भी उन्हां नूं चंगा लगदा, चंगा लगता ना। धन गुरु रामदास महाराज उन्हां वल झात मार के वेख लो, बीबी भानी ने शिकवा नहीं किया, कहती कोई गल नहीं फिर की हो गया। अच्छा बेबे नानकी बाबे नानक दी भैन बच्चा नहीं घर विच होया, किड्डा वड्डा सबर है ना, किड्डा वड्डा सबर आ। कदे भी अपने भरा ते शिकवा नहीं किया, होरां नूं दातां देण वालिया कदे मेरे वल भी निगाह मार ला ना, कोई गल नहीं, मैं रब की रजा विच राजी हाँ। बड़ियां गुआंढणा आके तरीके दसदियां ने, फलाने थां के थां ना 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 ना, मेरे भाई दे जीवन नूं दाग लग जू जे मैं किते वागी नहीं, कोई गल नहीं, मैनू रब जी की रजा मिठी लगती है। कहण तो भाव फिर 10वें पातशाह किन्ना दुख आया, पुत दिते भी 7 9 ते 14 16 18 साल की उम्र विच पुत खो भी लए, ते पर रब जी दे हुक्म विच रहण वाला रब वल्लों दिते हुए दुख नूं किन्ना मिठा करके मनदा गा। इत्थे की लिखिया गा, पातशाह जी कहते सहज आनंद होआ वड भागी, मन हर हर मीठा लाया। मेरा जो विआह ना मेरे वाहिगुरू नाल हो गया, हुण भावें मेरे थप्पड़ मारे, जे गुर झिड़के तां मीठा लग गया, जे बख्शे तां गुर वडियाई। जे हुण मैनूं झिड़कदा ना थप्पड़ भी मारदा ना, मैनूं थप्पड़ भी स्वाद लगदा, मिठा लगदा गा। जे गुर झिड़के तां मीठा लग गया, जे बख्शे तां गुर वडियाई। फिर अगे पातशाह जी कहते ने, जन कह नानक लाम पहली आरंभ काज रचाया। मेरा भाई जिंदगी का कारज गुरु नाल रब नाल विआह होने तो बाद शुरू हो गया। हुण कल नूं ना मैं काम शुरू करने ने,
ਉਹ ਕੰਮ ਕਿਵੇਂ ਸ਼ੁਰੂ ਹੋਣਗੇ, ਉਹ ਆਉਣ ਵਾਲਾ ਵਕਤ ਆ ਜਿਹੜਾ ਦੂਜੀ ਲਾਮ ਦੇ ਵਿੱਚ ਗੁਰੂ ਸਾਹਿਬ ਦੱਸੇਗਾ। ਇੱਥੋਂ ਤੱਕ ਅੱਜ ਦੀ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦੇ ਨੇ। ਲਾਮ ਦੇ ਪਾਠ ਤੇ ਜਿੰਨਾ ਮਰਜ਼ੀ ਵਕਤ ਆਪਾਂ ਲਾ ਸਕਦੇ ਆ, ਪਰ ਆਪਾਂ ਸੰਖੇਪ ਦੇ ਵਿੱਚ ਥੋੜ੍ਹੀ ਜਿਹੀ ਵਿਚਾਰ ਕੀਤੀ ਆ। ਪਰ ਇਹ ਵਿਚਾਰ ਨਾ ਵਿਆਹ ਵੇਲੇ ਹੋਣੀ ਚਾਹੀਦੀ ਆ। ਜੋ ਬੈਠੇ ਹੋਏ ਨੌਜਵਾਨ ਸਨਮੁਖ ਸੰਗਤ, ਉਹਨਾਂ ਨੂੰ ਕੁਛ ਪਤਾ ਚੱਲ ਜੇ ਪ੍ਰਕਾਸ਼, ਉਦੋਂ ਸਾਡੇ ਕੋਲੇ ਵਕਤ ਥੋੜ੍ਹਾ ਹੁੰਦਾ ਹੈਗਾ। ਉਦੋਂ ਕਿਤੇ ਇਹ ਪੱਖ ਬਣੇ ਨਾ, ਫਿਰ ਕਿਤੇ ਲੱਜਤ ਆਉਂਦੀ ਆ। ਪਰ ਸੱਚ ਜਾਣੋ, ਆਪਾਂ ਹੁਣ ਵੀ ਸੁਣ ਲਿਆ, ਸਮਝ ਲਿਆ, ਜ਼ਿੰਦਗੀ ਬਦਲ ਜਾਵੇਗੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।